ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਹੋਵੇ। ਆਓ ਆਪਾਂ ਆਪਣੇ ਵਚਨ ਨੂੰ ਖੋਲ੍ਹੀਏ ਅਤੇ ਵਚਨ ਨੂੰ ਪੜ੍ਹੀਏ। ਜਰਮਾਇਆ 1 ਦਾ 7 ਤੋਂ 9 ਤੱਕ। ਸਭ ਕੁਝ ਜੋ ਮੈਂ ਤੈਨੂੰ ਹੁਕਮ ਦਿਆਂਗਾ ਤੂੰ ਬੋਲੇਗਾ, ਉਹਨਾਂ ਦੇ ਅੱਗਿਓਂ ਨਾ ਡਰੀ। ਮੈਂ ਤੈਨੂੰ ਛਡਾਉਣ ਲਈ ਤੇਰੇ ਅੰਗ ਸੰਗ ਜੋ ਹਾਂ। ਯਹੋਵਾ ਦਾ ਵਾਕ ਹੈ। ਤਾਂ ਯਹੋਵਾ ਨੇ ਆਪਣਾ ਹੱਥ ਵਧਾ ਕੇ ਮੇਰੇ ਮੂੰਹ ਨੂੰ ਛੂਹਿਆ ਅਤੇ ਯਹੋਵਾ ਨੇ ਮੈਨੂੰ ਆਖਿਆ, ਵੇਖ, ਮੈਂ ਆਪਣੇ ਵਚਨ ਤੇਰੇ ਮੂੰਹ ਵਿੱਚ ਪਾ ਦਿੱਤੇ ਹਨ। ਇਹ ਜਰਮਾਇਆ ਦੇ ਲਈ ਪ੍ਰਭੂ ਦਾ ਵਚਨ ਆ। ਯਾਰ ਉਹਦੇ ਦਾਸੀਆਂ ਦੇ ਲਈ ਇਹ ਵਚਨ ਹੈ। ਪ੍ਰਭੂ ਦੇ ਚੁਣੇ ਹੋਇਆਂ ਦੇ ਲਈ ਵੀ ਇਹ ਵਚਨ ਹੈ ਕਿ ਜੋ ਬੋਲਦੇ ਉਹ ਹੁੰਦਾ ਹੈ। ਅਤੇ ਉਹਨੇ ਕਿਹਾ ਕਿ ਤੂੰ ਡਰੀ ਨਾ। 8 ਦੇ ਵਿੱਚ ਲਿਖਿਆ, ਉਹਨਾਂ ਦੇ ਅੱਗਿਓਂ ਨਾ ਡਰੀ। ਚਾਹੇ ਉਹ ਬਿਮਾਰੀਆਂ, ਮੁਸੀਬਤਾਂ, ਮੁਸ਼ਕਲਾਂ, ਪਰੇਸ਼ਾਨੀਆਂ ਕਿੰਨੀਆਂ ਵੀ ਹੋਣ ਤੁਹਾਡੇ ਉੱਤੇ, ਤਾਂ ਪ੍ਰਭੂ ਕਹਿੰਦਾ ਕਿ ਤੂੰ ਨਾ ਡਰੀ ਉਹਨਾਂ ਤੋਂ। ਮੈਂ ਤੈਨੂੰ ਛਡਾਉਣ ਲਈ ਤੇਰੇ ਅੰਗ ਸੰਗ ਜੋ ਹਾਂ। ਕਿਉਂਕਿ ਪ੍ਰਭੂ ਸਾਡੇ ਨਾਲ ਹੈ ਤਾਂ ਅਸੀਂ ਨਹੀਂ ਡਰ ਸਕਦੇ, ਕਿਉਂਕਿ ਉਹ ਹਮੇਸ਼ਾ ਸਾਨੂੰ ਦੁੱਖ ਦੇ ਵਿੱਚ ਸੰਭਾਲ ਕੇ ਰੱਖਦਾ। ਉਹ ਕਦੀ ਨਾ ਛੱਡਦਾ ਹੈ, ਨਾ ਕਦੀ ਉਹ ਸੌਂਦਾ ਹੈ, ਨਾ ਕਦੀ ਉਹ ਉਂਗਲਾਉਂਦਾ। ਉਹ ਹਮੇਸ਼ਾ ਕਹਿੰਦਾ, ਹਰ ਦਿਨ 365 ਵਾਰ ਉਹਨੇ ਇਹੀ ਕਿਹਾ। ਉਹਦੇ ਵਚਨ ਦੇ ਵਿੱਚ ਬਾਰ-ਬਾਰ ਲਿਖਿਆ ਹੋਇਆ ਕਿ ਮੈਂ ਤੇਰੇ ਅੰਗ ਸੰਗ ਹਾਂ, ਮੈਂ ਤੈਨੂੰ ਛਡਾਉਣ ਲਈ ਤੁਹਾਡੇ ਅੰਗ ਸੰਗ ਹਾਂ। ਤਾਂ ਪਰਮੇਸ਼ਰ ਹਮੇਸ਼ਾ ਸਾਨੂੰ ਛਡਾਉਂਦਾ। ਚਾਹੇ ਕਿੰਨੇ ਦੁੱਖ, ਮੁਸੀਬਤਾਂ, ਪਰੇਸ਼ਾਨੀਆਂ ਆ ਜਾਣ, ਤੁਸੀਂ ਡਰੋ ਨਾ, ਘਬਰਾਓ ਨਾ। ਤਾਂ ਪਰਮੇਸ਼ਰ ਦੇ ਨਾਲ ਜੁੜੇ ਰਹੋ, ਉਹਦੇ ਵਚਨ ਦੇ ਵਿੱਚ ਲੱਗੇ ਰਹੋ, ਉਹਨੂੰ ਪੁਕਾਰੋ। ਚਾਹੇ ਬਹੁਤ ਸਮੇਂ ਤੋਂ ਵੀ ਤੁਹਾਡੀ ਪ੍ਰਾਰਥਨਾ ਨਹੀਂ ਸੁਣੀ ਜਾ ਰਹੀ, ਤਾਂ ਤੁਸੀਂ ਵਰਤ ਪ੍ਰਾਰਥਨਾ ਦੇ ਵਿੱਚ ਜਾਓ, ਉਹਦੇ ਵਚਨ ਨੂੰ ਸਿੱਖੋ, ਉਹਦੇ ਵਚਨ ਨੂੰ ਪੜ੍ਹੋ। ਵਚਨ ਪਵਿੱਤਰ ਆਤਮਾ ਦੇ ਦੁਆਰਾ ਲਿਖਿਆ ਗਿਆ ਹੈ। ਇਹ ਪਵਿੱਤਰ ਆਤਮਾ ਦੀਆਂ ਗੱਲਾਂ ਪ੍ਰਭੂ ਦੇ ਮੂੰਹ ਦੇ ਵਿੱਚੋਂ, ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਨੇ, ਜੋ ਆਤਮਾ ਦੇ ਦੁਆਰਾ ਲਿਖੀਆਂ ਗਈਆਂ ਨੇ। ਤਾਂ ਉਹ ਕਹਿੰਦਾ, ਮੈਂ ਤੁਹਾਨੂੰ ਛਡਾਉਣ ਲਈ ਤੁਹਾਡੇ ਅੰਗ ਸੰਗ ਜੋ ਹਾਂ। ਇਹ ਯਹੋਵਾ ਦਾ ਵਾਕ ਹੈ। ਇਹ ਯਹੋਵਾ ਨੇ ਬੋਲਿਆ ਹੈ, ਕਿਸੇ ਇਨਸਾਨ ਨੇ ਨਹੀਂ ਬੋਲਿਆ, ਯਹੋਵਾ ਨੇ ਬੋਲਿਆ। ਇਹ ਯਹੋਵਾ ਦਾ ਵਾਕ ਹੈ। ਕਿਉਂਕਿ ਜੋ ਪਰਮੇਸ਼ਰ ਬੋਲਦਾ ਉਹ ਪੂਰਾ ਕਰਦਾ ਹੈ। ਉਹਦਾ ਵਚਨ ਹਰ ਇੱਕ ਗੱਲ ਸੱਚੀ ਹੈ, ਕੋਈ ਗੱਲ ਉਹਦੀ ਝੂਠੀ ਨਹੀਂ ਹੋ ਸਕਦੀ। ਜੋ ਉਹਦੇ ਵਚਨ ਦੇ ਵਿੱਚ ਲਿਖਿਆ, ਨਾ ਇੱਕ ਬਿੰਦੀ ਘੱਟ ਸਕਦੀ ਹੈ, ਨਾ ਇੱਕ ਬਿੰਦੀ ਵੱਧ ਸਕਦੀ ਹੈ। ਪਰਮੇਸ਼ਰ ਦੀ ਹਰ ਇੱਕ ਗੱਲ ਸੱਚੀ ਹੈ। ਉਹਦੇ ਮੂੰਹ ਦੇ ਬੋਲ ਨੇ, ਉਹਦੇ ਮੂੰਹ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਨੇ। ਜੋ ਇਹ ਵਚਨ ਹੈ, ਯਹੋਵਾ ਦਾ ਵਾਕ ਹੈ, ਉਹ ਪੂਰਾ ਹੁੰਦਾ ਹੈ। ਜੋ ਬੋਲਦਾ ਉਹ ਪੂਰਾ ਕਰਦਾ ਹੈ। ਤਾਂ ਯਹੋਵਾ ਨੇ ਆਪਣਾ ਹੱਥ ਵਧਾ ਕੇ ਮੇਰੇ ਮੂੰਹ ਨੂੰ ਛੂਹਿਆ ਅਤੇ ਯਹੋਵਾ ਨੇ ਮੈਨੂੰ ਆਖਿਆ, ਵੇਖ, ਮੈਂ ਆਪਣੇ ਵਚਨ ਤੇਰੇ ਮੂੰਹ ਵਿੱਚ ਪਾ ਦਿੱਤੇ ਹਨ। ਉਹਨੇ ਆਪਣੇ ਵਚਨ ਜਰਮਾਇਆ ਦੇ ਮੂੰਹ ਦੇ ਵਿੱਚ ਪਾ ਦਿੱਤੇ। ਕਿਉਂਕਿ ਜੋ ਉਹਦਾ ਦਾਸ ਹੁਣ ਕਰੇਗਾ, ਬੋਲੇਗਾ, ਉਹ ਬੋਲ ਸਕਦਾ। ਜੋ ਪਵਿੱਤਰ ਆਤਮਾ ਦੇ ਦੁਆਰਾ ਕਿਉਂਕਿ ਉਹਨੇ ਆਪਣੇ ਵਚਨ ਪਾ ਦਿੱਤੇ ਉਹਦੇ ਮੂੰਹ ਦੇ ਵਿੱਚ। ਤਾਂ ਜਦੋਂ ਵਚਨ ਬੋਲੇਗਾ, ਉਹ ਪ੍ਰਾਰਥਨਾ ਕਰੇਗਾ ਤੇ ਉਹ ਕੰਮ ਹੋਣਗੇ। ਜਿਸ ਕੰਮ ਦੇ ਲਈ ਵੀ ਉਹਦੇ ਦਾਸ ਔਰ ਦਾਸੀਆਂ ਜਦੋਂ ਪ੍ਰਾਰਥਨਾ ਕਰਦੀਆਂ ਨੇ ਤਾਂ ਉਹ ਕੰਮ ਹੁੰਦੇ ਨੇ। ਤਾਂ ਸਾਡੀਆਂ ਜ਼ਿੰਦਗੀਆਂ 'ਚ ਬਹੁਤ ਵਾਰੀ ਹੋਏ ਆ, ਅਤੇ ਜਿਹੜੇ ਅੱਜ ਤੱਕ ਨਹੀਂ ਜਾਣਦੇ ਉਹ ਵੀ ਪ੍ਰਭੂ ਦੇ ਵਚਨ ਨੂੰ ਜਾਣ ਤਾਂ ਪ੍ਰਭੂ ਉਹਨਾਂ ਦੀ ਜ਼ਿੰਦਗੀਆਂ 'ਚ ਵੀ ਉਹ ਕੰਮ ਕਰੇਗਾ। ਜਿਹੜੇ ਅਣਹੋਣੇ ਨੇ, ਜਿਹੜੇ ਨਹੀਂ ਹੋ ਸਕਦੇ, ਉਹ ਵੀ ਮੇਰਾ ਪਰਮੇਸ਼ਰ ਕਰ ਸਕਦਾ ਹੈ, ਕਿਉਂਕਿ ਉਹਨੇ ਕਰਕੇ ਵਿਖਾਏ ਹੈ ਸਾਡੀਆਂ ਜ਼ਿੰਦਗੀਆਂ ਦੇ ਵਿੱਚ। ਉਹ ਹਰ ਦਿਨ ਸਾਨੂੰ ਕਹਿੰਦਾ ਹੈ ਕਿ ਨਾ ਡਰੋ, ਮੈਂ ਤੁਹਾਡੇ ਅੰਗ ਸੰਗ ਹਾਂ, ਨਾ ਘਾਬਰੋ, ਮੈਂ ਤੁਹਾਡਾ ਪਰਮੇਸ਼ਰ ਜੋ ਹਾਂ। ਮੈਂ ਤੁਹਾਨੂੰ ਸੰਭਾਲਾਂਗਾ, ਮੈਂ ਤੁਹਾਨੂੰ ਆਪਣੇ ਫਤਿਹਵੰਦ ਸੱਜੇ ਹੱਥ ਨਾਲ ਸੰਭਾਲਾਂਗਾ। ਇਹ ਯਸ਼ਾਇਆ 41 ਦੀ 10 ਦੇ ਵਿੱਚ ਲਿਖਿਆ, ਨਾ ਡਰੋ। ਬਾਰ-ਬਾਰ ਇਹੀ ਉਹਦਾ ਵਚਨ ਸਾਨੂੰ ਕਹਿ ਰਿਹਾ ਕਿ ਨਾ ਡਰੋ। ਪ੍ਰਭੂ ਸਾਨੂੰ ਹਮੇਸ਼ਾ ਇਹੀ ਹੌਸਲਾ ਦਿੰਦਾ, ਤਸੱਲੀ ਦਿੰਦਾ ਸਾਨੂੰ ਕਿ ਨਾ ਡਰੋ। ਜਦੋਂ ਦੁੱਖ, ਮੁਸੀਬਤਾਂ, ਪਰੇਸ਼ਾਨੀਆਂ ਆਉਂਦੀਆਂ, ਅਸੀਂ ਘਬਰਾ ਜਾਂਦੇ ਹਾਂ, ਅਸੀਂ ਡਰ ਜਾਂਦੇ ਹਾਂ ਕਿ ਪਤਾ ਨਹੀਂ ਹੁਣ ਕੀ ਹੋਊਗਾ। ਹਾਏ ਹੁਣ ਕੀ ਹੋਊਗਾ, ਮੈਂ ਠੀਕ ਹੋਊਂਗਾ ਕਿ ਨਹੀਂ ਹੋਵਾਂਗਾ। ਹਾਏ ਪਤਾ ਨਹੀਂ ਸਾਡਾ ਕੰਮਕਾਰ ਨਹੀਂ ਚੱਲ ਰਿਹਾ, ਅਸੀਂ ਕੀ ਕਰਾਂਗੇ, ਕਿੱਥੋਂ ਖਾਵਾਂਗੇ, ਕਿੱਥੋਂ ਨਾ ਕੀ ਕਰਾਂਗੇ। ਬਹੁਤ ਵਾਰ ਇੱਦਾਂ ਦੇ ਹਾਲਾਤ ਆ ਜਾਂਦੇ ਜਿੱਥੋਂ ਸਾਨੂੰ ਡਰ ਲੱਗਣ ਲੱਗ ਜਾਂਦਾ, ਅਸੀਂ ਘਬਰਾਉਣ ਲੱਗ ਜਾਂਦੇ ਹਾਂ, ਡਰਦੇ ਹਾਂ। ਤਾਂ ਪ੍ਰਭੂ ਦਾ ਵਚਨ ਇਹੀ ਕਹਿੰਦਾ, ਪ੍ਰਭੂ ਸਾਨੂੰ, ਇਹ ਪ੍ਰਭੂ ਦਾ ਵਚਨ ਔਰ ਪ੍ਰਭੂ ਦੀ ਮੂੰਹ ਦੀਆਂ ਨਿਕਲੀਆਂ ਹੋਈਆਂ ਗੱਲਾਂ ਨੇ। ਉਹ ਸਾਨੂੰ ਕਹਿੰਦਾ, ਨਾ ਡਰੋ, ਮੈਂ ਤੁਹਾਡੇ ਅੰਗ ਸੰਗ ਹਾਂ, ਨਾ ਘਾਬਰੋ, ਮੈਂ ਤੁਹਾਡਾ ਪਰਮੇਸ਼ਰ ਜੋ ਹਾਂ। ਮੈਂ ਤੁਹਾਨੂੰ ਜ਼ੋਰ ਬਖਸ਼ਾਂਗਾ, ਮੈਂ ਤੁਹਾਡੀ ਸਹਾਇਤਾ ਕਰਾਂਗਾ, ਮੈਂ ਤੁਹਾਨੂੰ ਆਪਣੇ ਫਤਿਹਵੰਦ ਸੱਜੇ ਹੱਥ ਨਾਲ ਸੰਭਾਲਾਂਗਾ। ਤਾਂ ਉਹ ਹਮੇਸ਼ਾ ਸਾਡੇ ਨਾਲ ਹੈ, ਹਮੇਸ਼ਾ ਸਾਡੇ ਨਾਲ ਵਾਅਦੇ ਕਰਦਾ ਹੈ ਕਿ ਮੈਂ ਤੁਹਾਡੇ ਨਾਲ ਹਾਂ। ਤਾਂ ਫਿਰ ਅਸੀਂ ਕਿਉਂ ਡਰੀਏ?
ਕਿਉਂ ਘਾਬਰੀਏ? ਜੇ ਪਰਮੇਸ਼ਰ ਸਾਡੇ ਨਾਲ ਹੈ ਤਾਂ ਸਾਡੇ ਖਿਲਾਫ ਕੌਣ ਖੜਾ ਹੋ ਸਕਦਾ? ਇੱਕ ਵੀ ਨਹੀਂ। ਨਾ ਕੋਈ ਬਿਮਾਰੀ, ਨਾ ਮੁਸ਼ਕਲ, ਨਾ ਪਰੇਸ਼ਾਨੀ, ਕੋਈ ਵੀ ਚੀਜ਼ ਸਾਡੇ ਖਿਲਾਫ ਖੜੀ ਨਹੀਂ ਹੋ ਸਕਦੀ। ਤਾਂ ਇਹ ਜਰਮਾਇਆ 1 ਦੇ ਵਿੱਚ ਵੀ ਲਿਖਿਆ, ਇਹ 19 ਦੇ ਵਿੱਚ, ਮੈਂ ਤੁਹਾਨੂੰ ਛਡਾਉਣ ਲਈ ਤੁਹਾਡੇ ਅੰਗ ਸੰਗ ਜੋ ਹਾਂ। ਬਾਰ ਉਹਦਾ ਵਚਨ ਇਹੀ ਕਹਿ ਰਿਹਾ ਕਿ ਤੁਸੀਂ ਡਰੋ ਨਾ, ਤੁਸੀਂ ਘਬਰਾਓ ਨਾ। ਤਾਂ ਸਾਨੂੰ ਹਮੇਸ਼ਾ ਪ੍ਰਭੂ ਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ, ਭਰੋਸਾ ਰੱਖਣਾ ਚਾਹੀਦਾ। ਦੁਆ ਨੂੰ, ਪ੍ਰਾਰਥਨਾ ਨੂੰ ਬਾਰ ਸੁਣੋ, ਆਪ ਵੀ ਪ੍ਰਾਰਥਨਾ ਕਰੋ ਔਰ ਵਚਨ ਪੜ੍ਹੋ, ਉਹਦੀ ਵਰਸ਼ਿਪ ਕਰੋ, ਉਹਦੇ ਵਿੱਚ ਲੱਗੇ ਰਹੋ, ਪ੍ਰਭੂ ਨੂੰ ਪੁਕਾਰੋ, ਤਾਂ ਪ੍ਰਭੂ ਹਮੇਸ਼ਾ ਤੁਹਾਡੇ ਨਾਲ ਹੈ। ਕਈ ਅਸੀਂ ਚਾਹੇ ਮਹਿਸੂਸ ਕਰੀਏ ਚਾਹੇ ਨਾ ਕਰੀਏ, ਪਰ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਹੈ। ਉਹਦੇ ਵਾਅਦੇ ਸੱਚੇ ਆ। ਉਹ ਕਹਿੰਦਾ ਨਾ ਮੈਂ ਤੁਹਾਨੂੰ ਕਦੀ ਛੱਡਾਂਗਾ, ਨਾ ਕਦੀ ਤਿਆਗਾਂਗਾ। ਉਹ ਹਮੇਸ਼ਾ ਸਾਡੇ ਨਾਲ ਹੈ। ਉਹ ਨਾ ਕਦੀ ਸੌਂਦਾ, ਨਾ ਕਦੀ ਹੰਗਲਾਉਂਦਾ। ਉਹ ਹਮੇਸ਼ਾ ਸਾਡੇ ਲਈ ਜਾਗਦਾ ਰਹਿੰਦਾ, ਤਾਂ ਹਮੇਸ਼ਾ ਸਾਨੂੰ ਸੰਭਾਲਣ ਲਈ ਖੜਾ ਰਹਿੰਦਾ। ਉਹ ਕਹਿੰਦਾ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸਕਣਗੇ, ਕਿਉਂਕਿ ਉਹ ਬਿਮਾਰੀਆਂ, ਉਹ ਮੁਸ਼ਕਲਾਂ, ਉਹ ਪਰੇਸ਼ਾਨੀਆਂ ਜੋ ਸਾਡੇ ਨਾਲ ਲੜਨਗੀਆਂ ਜ਼ਰੂਰ ਸਾਡੇ ਸਰੀਰ ਦੇ ਵਿੱਚ ਆਉਂਦੀਆਂ ਨੇ, ਪਰ ਸਾਨੂੰ ਜਿੱਤ ਨਹੀਂ ਸਕਦੀਆਂ, ਕਿਉਂਕਿ ਯਹੋਵਾ ਮੇਰੇ ਅੰਗ ਸੰਗ ਹੈ। ਉਹ ਕਹਿੰਦਾ ਮੈਂ ਤੁਹਾਡੇ ਅੰਗ ਸੰਗ ਹਾਂ, ਮੈਂ ਤੈਨੂੰ ਛੁਡਾਉਣ ਲਈ ਹਾਂ। ਇੱਥੇ ਫਿਰ ਲਿਖਿਆ ਯਹੋਵਾ ਦਾ ਵਾਕ ਹੈ। ਤਾਂ ਉਹਦਾ ਵਾਕ ਹੈ ਉਹ ਪੂਰਾ ਹੁੰਦਾ, ਹਮੇਸ਼ਾ ਪੂਰਾ ਹੁੰਦਾ, ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ। ਉਹਦੇ ਵਾਅਦੇ ਸੱਚੇ ਔਰ ਜਿਉਂਦਾ ਨੇ। ਤਾਂ ਇੱਕ ਵਾਅਦਾ ਹੁੰਦਾ ਪੂਰਾ ਹੁੰਦਾ। ਬਾਰ ਮੈਂ 3 ਵਚਨ ਪੜ੍ਹ ਲਏ, ਤਿੰਨਾਂ 'ਚ ਇਹੀ ਲਿਖਿਆ ਕਿ ਮੈਂ ਤੁਹਾਡੇ ਅੰਗ ਸੰਗ ਹਾਂ। ਯਹੋਵਾ ਦਾ ਵਾਕ ਹੈ, ਕਿਉਂਕਿ ਉਹਨੇ ਸਾਡੇ ਨਾਲ ਇੱਕ ਵਾਅਦਾ ਕੀਤਾ। ਉਹ ਵਾਅਦਾ ਹੈ ਪ੍ਰਭੂ ਦਾ, ਤਾਂ ਉਹ ਵਾਅਦਾ ਜ਼ਰੂਰ ਪੂਰਾ ਕਰੇਗਾ। ਉਹਦੇ ਵਾਅਦੇ ਸੱਚੇ ਨੇ। ਉਹ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ, ਹਮੇਸ਼ਾ, ਨਾ ਕਦੀ ਛੱਡਦਾ ਨਾ ਤਿਆਗਦਾ। ਤਾਂ ਤੁਸੀਂ ਵੀ ਨਾ ਕਦੀ ਛੱਡੋ ਨਾ ਤਿਆਗੋ। ਕਈ ਵਾਰ ਅਸੀਂ ਆਪਣੀਆਂ ਮੁਸ਼ਕਲਾਂ ਦੇ ਵਿੱਚ ਜਦੋਂ ਘਿਰ ਜਾਂਦੇ ਹਾਂ ਤਾਂ ਅਸੀਂ ਪ੍ਰਭੂ ਤੋਂ ਦੂਰ ਹੋ ਜਾਂਦੇ ਹਾਂ, ਫਟਕਾਰ ਦਿੰਦੇ ਹਾਂ, ਹੇ ਪ੍ਰਭੂ ਆਹ ਮੇਰੇ ਲਈ ਕਿਉਂ ਹੋਇਆ? ਤੂੰ ਮੇਰੀ ਦੁਆ ਨੂੰ ਸੁਣ ਨਹੀਂ ਰਿਹਾ, ਤੂੰ ਮੈਨੂੰ ਏਦਾਂ ਦੁੱਖ ਦਿੱਤਾ। ਪ੍ਰਭੂ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ, ਕਦੀ ਕਿਸੇ ਨੂੰ ਦੁੱਖ ਦੇ ਵਿੱਚ ਨਹੀਂ ਲਿਆਂਦਾ। ਉਹ ਹਮੇਸ਼ਾ ਸਾਨੂੰ ਦੁੱਖ ਦੇ ਵਿੱਚੋਂ ਕੱਢਦਾ ਹੈ, ਕਿਉਂਕਿ ਵਚਨ 34 ਦੇ ਵਿੱਚ ਵੀ ਇਹੀ ਲਿਖਿਆ ਕਿ ਧਰਮੀਆਂ ਉੱਤੇ ਮੁਸੀਬਤਾਂ ਪੈਂਦੀਆਂ ਹਨ ਤਾਂ ਮੈਂ ਉਹਨਾਂ ਦੇ ਵਿੱਚੋਂ ਬਾਹਰ ਵੀ ਕੱਢਦਾ ਹਾਂ। ਹਮੇਸ਼ਾ ਸਾਨੂੰ ਕੱਢਦਾ ਹੈ। ਜਦੋਂ ਵੀ ਸਾਡੇ ਉੱਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਸਾਨੂੰ ਉਹਨਾਂ ਮੁਸੀਬਤਾਂ ਦੇ ਵਿੱਚੋਂ ਬਾਹਰ ਕੱਢਦਾ ਹੈ। ਤਾਂ ਤੁਸੀਂ ਨਾ ਡਰੋ, ਨਾ ਘਬਰਾਓ, ਕਦੀ ਵੀ ਨਾ ਡਰੋ। ਆਪਣੀਆਂ ਬਿਮਾਰੀਆਂ, ਆਪਣੀਆਂ ਮੁਸ਼ਕਲਾਂ, ਆਪਣੇ ਪਰੇਸ਼ਾਨੀਆਂ ਦੇ ਵਿੱਚ ਹਮੇਸ਼ਾ ਉਹਨੂੰ ਪੁਕਾਰੋ ਤਾਂ ਉਹ ਤੁਹਾਡੇ ਨਾਲ ਹੈ। ਉਹ ਤੁਹਾਨੂੰ ਉਠਾ ਖੜਾ ਕਰੇਗਾ। ਜੇ ਕੋਈ ਬਿਮਾਰ ਹੈ ਤਾਂ ਉੱਠ ਖੜਾ ਹੋਏਗਾ। ਜੇ ਤੁਸੀਂ ਕਰਜ਼ੇ ਦੇ ਵਿੱਚ ਹੋ, ਕਰਜ਼ਿਆਂ ਤੋਂ ਤੁਹਾਨੂੰ ਆਜ਼ਾਦ ਕਰੇਗਾ। ਜੇ ਤੁਸੀਂ ਕਿਸੇ ਵੀ ਮੁਸ਼ਕਲ ਔਰ ਪਰੇਸ਼ਾਨੀ ਦੇ ਵਿੱਚ ਜੇ, ਤਾਂ ਉਹ ਹਮੇਸ਼ਾ ਤੁਹਾਡੇ ਅੰਗ ਸੰਗ ਹੈ, ਹਮੇਸ਼ਾ ਤੁਹਾਨੂੰ ਉਠਾ ਖੜਾ ਕਰੇਗਾ। ਉਹਨਾਂ ਮੁਸੀਬਤਾਂ ਤੋਂ, ਉਹਨਾਂ ਪਰੇਸ਼ਾਨੀਆਂ ਤੋਂ ਬਾਹਰ ਕੱਢੇਗਾ। ਜੇ ਤੁਸੀਂ ਉਹਦੇ ਨਾਲ ਆਪਣਾ ਰਿਸ਼ਤਾ ਮਜ਼ਬੂਤ ਕੀਤਾ ਹੋਇਆ ਤਾਂ ਤੁਹਾਡਾ ਰਿਸ਼ਤਾ ਪਰਮੇਸ਼ਰ ਦੇ ਨਾਲ ਮਜ਼ਬੂਤ ਹੋਣਾ ਚਾਹੀਦਾ। ਜਦੋਂ ਸਾਡਾ ਰਿਸ਼ਤਾ ਸਟਰੋਂਗ ਹੈ ਤਾਂ ਸਾਨੂੰ ਉਹ ਹਮੇਸ਼ਾ ਸੰਭਾਲ ਕੇ ਰੱਖੇਗਾ। ਸਾਡੇ ਉੱਤੇ ਕੋਈ ਮੁਸ਼ਕਲ ਨਹੀਂ ਆਉਣ ਦੇਵੇਗਾ, ਨਾ ਕੋਈ ਪਰਤਾਵਾ ਆਉਣ ਦੇਵੇਗਾ। ਉਹ ਸਾਡੇ ਉੱਤੇ ਇੱਦਾਂ ਦਾ ਕੋਈ ਦੁੱਖ ਨਹੀਂ ਆਉਣ ਦੇਵੇਗਾ ਜਿਹਨੂੰ ਅਸੀਂ ਝੱਲ ਨਹੀਂ ਸਕਦੇ। ਇੱਦਾਂ ਦਾ ਕੋਈ ਪਰਤਾਵਾ ਸਾਡੇ ਉੱਤੇ ਨਹੀਂ ਆਉਣ ਦੇਵੇਗਾ। ਤਾਂ ਆਓ ਆਪਾਂ ਪ੍ਰਾਰਥਨਾ ਕਰੀਏ, ਪ੍ਰਭੂ ਦੇ ਹੱਥਾਂ ਦੇ ਵਿੱਚ ਸਭ ਕੁਝ ਦੇ ਦੇਈਏ, ਸਭ ਕੁਝ ਉਹਦੇ ਹੱਥਾਂ 'ਚ ਸੌਂਪ ਦਿਓ। ਨਾ ਡਰੋ, ਨਾ ਘਬਰਾਓ, ਕਿਉਂਕਿ ਉਹ ਕਹਿੰਦਾ ਮੈਂ ਤੁਹਾਡੇ ਨਾਲ ਹਾਂ। ਤਾਂ ਆਪਣੀਆਂ ਸਾਰੀਆਂ ਦੁੱਖ, ਬਿਮਾਰੀਆਂ, ਮੁਸੀਬਤਾਂ, ਪਰੇਸ਼ਾਨੀਆਂ ਨੂੰ ਉਹਦੇ ਹੱਥਾਂ 'ਚ ਦੇ ਦਿਓ। ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਫਾਦਰ। ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ, ਤੇਰੀ ਮਹਿਮਾ, ਤੇਰੀ ਵਡਿਆਈ, ਤੁਹਾਡੀ ਜੈ ਜੈਕਾਰ ਕਰਦੀ ਹਾਂ। ਮੇਰੇ ਮਹਾਨ ਪਿਤਾ ਪਰਮੇਸ਼ਰ, ਮੇਰੇ ਦਇਆ ਦੇ ਸਾਗਰ, ਤੁਹਾਡਾ ਧੰਨਵਾਦ, 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 ਤਾਰੀਫ ਹੋ। ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਹੋ ਮੇਰੇ ਪਿਤਾ ਪਰਮੇਸ਼ਰ। ਹਰ ਇੱਕ ਭਲਾਈ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਜ਼ਿੰਦਗੀ ਦੇਣ ਲਈ ਧੰਨਵਾਦ, ਦੁੱਖਾਂ ਤੋਂ ਬਚਾਉਣ ਲਈ ਧੰਨਵਾਦ, ਤਾਰੀਫ ਹੋ। ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਹੋ ਮੇਰੇ ਮਹਾਨ ਪਿਤਾ ਪਰਮੇਸ਼ਰ, ਮੇਰੇ ਦਇਆ ਦੇ ਸਾਗਰ, ਤੁਹਾਡਾ ਧੰਨਵਾਦ। ਤੁਸੀਂ ਆਪਣਾ ਸੱਜਾ ਹੱਥ ਸਾਡੇ ਤੇ बढ़ा ਕੇ ਰੱਖਿਆ, ਤੁਹਾਡਾ ਧੰਨਵਾਦ। ਅੱਜ ਤੱਕ ਸੰਭਾਲ ਕੇ ਰੱਖਿਆ ਪਿਤਾ, ਅੱਗੇ ਵੀ ਸੰਭਾਲ ਕੇ ਰੱਖਣਾ ਮੇਰੇ ਪਿਤਾ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਤੁਹਾਡੀ ਮਹਿਮਾ, ਤੁਹਾਡੀ ਵਡਿਆਈ, ਤੁਹਾਡੀ ਜੈ ਜੈਕਾਰ ਕਰਦੇ ਹਾਂ। ਜਿੰਨਾ ਵੀ ਅਸੀਂ ਉਹਦਾ ਧੰਨਵਾਦ ਕਰੀਏ ਓਨਾ ਹੀ ਥੋੜ੍ਹਾ, ਕਿਉਂਕਿ ਉਹ ਹਰ ਦਿਨ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਨਵੇਂ ਕੰਮ ਕਰਦਾ। ਅਸੀਂ ਉਹਦਾ ਧੰਨਵਾਦ ਕਰਦੇ ਹਾਂ। ਹੋਰ ਉਹਨੇ ਸਾਡੇ ਤੋਂ ਕੁਛ ਨਹੀਂ ਮੰਗਿਆ, ਸਿਰਫ ਉਹ ਧੰਨਵਾਦ ਦੀ ਭੇਟ ਮੰਗਦਾ। ਤਾਂ ਅਸੀਂ ਧੰਨਵਾਦ ਕਰਦੇ ਹੋਏ ਉਹਦੇ ਦਰਬਾਰ ਦੇ ਅੱਗੇ ਆਈਏ, ਉਹਦੀ ਹਜ਼ੂਰੀ ਦੇ ਵਿੱਚ ਆਈਏ। ਅਸੀਂ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ।
ਜੇ ਕੋਈ ਵੀ ਅੱਜ ਬਿਮਾਰ ਹੈ ਯਿਸੂ ਮਸੀਹਾ ਉਹਨਾਂ ਨੂੰ ਪ੍ਰਾਰਥਨਾ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਬਿਮਾਰੀਆਂ ਦੇ ਬੰਧਨ ਟੁੱਟ ਜਾਣ ਆਜ਼ਾਦ ਹੋ ਜਾਣ ਮੇਰੇ ਯਿਸੂ ਮਸੀਹਾ। ਜੇ ਕਿਸੇ ਦੇ ਕਿਤੇ ਵੀ ਬਿਮਾਰੀ ਹੈ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਪਿਤਾ ਬ੍ਰੇਨ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਜਾਂਦੀ ਲੱਗੇ। ਹਰ ਇੱਕ ਬਿਮਾਰੀ ਨੂੰ ਮੈਂ ਅੱਜ ਹੁਕਮ ਦਿੰਦੀ ਹਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਚਲੀਆਂ ਜਾਣ। ਜੇ ਕੋਈ ਬਲੋਕਿੰਗ ਹੈ ਤਾਂ ਖੁੱਲ ਜਾਏ ਯਿਸੂ ਮਸੀਹ ਦੇ ਨਾਂ ਦੇ ਵਿੱਚ। ਬੰਦ ਨਾੜਾਂ ਖੁੱਲ ਜਾਣ ਯਿਸੂ ਮਸੀਹ ਦੇ ਨਾਂ ਦੇ ਵਿੱਚ। ਜੇ ਕਿਸੇ ਦੀ ਕੋਈ ਹੱਡੀ ਦੇ ਵਿੱਚ ਪ੍ਰੋਬਲਮ ਹੈ ਤਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਹੱਡੀਆਂ ਨਵੀਆਂ ਨਰੋਈਆਂ ਹੋ ਜਾਣ। ਜੇ ਕੋਈ ਟੁੱਟੀ ਹੱਡੀ ਹੈ ਤਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਜੁੜ ਜਾਏ। ਤੜੀ ਸ਼ਲਾਬਦਾ ਵੜੀ ਡੀ ਪਪਾ ਤੜੀ ਸਲਾਬਦਾ ਵੜੀ ਡੀਆ। ਜੇ ਕਿਸੇ ਦਾ ਕੋਈ ਰੀੜ ਦਾ ਮਣਕਾ ਹਿੱਲਿਆ ਤਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਉਹ ਜੁੜ ਜਾਏ, ਉਹ ਚੰਗਾ ਹੋ ਜਾਏ ਯਿਸੂ ਮਸੀਹ ਦੇ ਨਾਂ ਦੇ ਵਿੱਚ। ਤੜੀ ਸ਼ਲਾਬਦਾ ਵੜੀ ਡੀ ਪਪਾ ਤੜੀ ਸਲਾਬਦਾ ਵੜੀ ਡੀਆ। ਜੇ ਕਿਸੇ ਦੀ ਲੱਤ ਬਾਂਹ ਦੇ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਹੈ ਯਿਸੂ ਮਸੀਹ ਦੇ ਨਾਂ ਦੇ ਵਿੱਚ ਚੰਗੇ ਹੋ ਜਾਣ, ਚੰਗੇ ਹੋ ਜਾਣਾ। ਤੜੀ ਸ਼ਲਾਬਦਾ ਵੜੀ ਡੀ ਪਪਾ ਤੜੀ ਸਲਾਬਦਾ ਵੜੀ ਡੀ। ਹਰ ਬਿਮਾਰੀ ਜਾਂਦੀ ਲੱਗੇ ਯਿਸੂ ਮਸੀਹ ਦੇ ਨਾਂ ਦੇ ਵਿੱਚ। ਹੱਡੀਆਂ ਦੀ ਕਮਜ਼ੋਰੀ ਜਾਂਦੀ ਲੱਗੇ, ਸਰੀਰਾਂ ਦੀ ਕਮਜ਼ੋਰੀ ਯਿਸੂ ਮਸੀਹ ਦੇ ਨਾਂ ਦੇ ਵਿੱਚ ਜਾਂਦੀ ਲੱਗੇ। ਨਵਾਂ ਬਲ, ਨਵੀਂ ਸ਼ਕਤੀ, ਨਵੀਂ ਸਮਰਥ ਪਾਣ ਮੇਰੇ ਪਿਤਾ। ਇੱਕ ਇੱਕ ਭੈਣ ਭਰਾ ਬੱਚੇ ਜੋ ਤੇਰੀ ਹਜ਼ੂਰੀ ਚਾਣ ਪ੍ਰਭੂ ਉਹਨਾਂ ਨੂੰ ਆਸ਼ੀਰ ਬਰਕਤ ਨਾਲ ਭਰ ਦੇ ਮੇਰੇ ਪਿਤਾ ਪਰਮੇਸ਼ਰ। ਸਾਰੀਆਂ ਬਿਮਾਰੀਆਂ ਮੁਸ਼ਕਲਾਂ ਜਾਂਦੀਆਂ ਲੱਗਣ। ਜੇ ਕਿਸੇ ਦੇ ਰਿਸ਼ਤੇ ਦੇ ਵਿੱਚ ਕੋਈ ਪ੍ਰੋਬਲਮ ਹੈ ਯਿਸੂ ਮਸੀਹ ਦੇ ਨਾਂ ਦੇ ਵਿੱਚ ਉਹ ਰਿਸ਼ਤੇ ਜੁੜ ਜਾਣ। ਜੋ ਕੋਈ ਰਿਸ਼ਤਾ ਖਰਾਬ ਹੋ ਗਿਆ ਯਿਸੂ ਮਸੀਹ ਦੇ ਨਾਂ ਦੇ ਵਿੱਚ, ਕੋਈ ਲੜਾਈ ਝਗੜਾ ਯਿਸੂ ਮਸੀਹ ਦੇ ਨਾਂ ਦੇ ਵਿੱਚ ਉਹ ਚਲੇ ਜਾਣ। ਉਹਨਾਂ ਨੂੰ ਪਿਤਾ ਆਪਣੇ ਪਿਆਰ, ਆਪਣੀ ਸ਼ਾਂਤੀ ਦੇ ਨਾਲ ਭਰ ਦੇ ਪ੍ਰਭੂ। ਆਪਣੇ ਅਭਿਸ਼ੇਕ ਨਾਲ ਭਰ ਦੇ। ਗੁੱਸੇ ਵਾਲੀਆਂ ਗੰਦੀਆਂ ਆਤਮਾਵਾਂ ਨੂੰ, ਪਰੇਸ਼ਾਨ ਕਰਨ ਵਾਲੀਆਂ, ਲੜਾਈ ਝਗੜੇ ਵਾਲੀਆਂ, ਨਫ਼ਰਤ ਵਾਲੀਆਂ, ਗੁੰਮਰਾਹ ਕਰਨ ਵਾਲੀਆਂ ਸਾਰੀਆਂ ਗੰਦੀਆਂ ਆਤਮਾਵਾਂ ਨੂੰ ਮੈਂ ਯਿਸੂ ਮਸੀਹ ਦੇ ਨਾਂ 'ਚ ਹੁਕਮ ਦਿੰਦੀ ਹਾਂ ਇੱਕ ਇੱਕ ਨੂੰ ਛੱਡ ਕੇ ਚਲੀਆਂ ਜਾਣ। ਤੜੀ ਸੰਢਾਈ ਸੀ ਜਲੋੜ ਤੜੀ ਸ਼ਲਾਬਦਾ ਵੜੀ ਡੀ। ਆਜ਼ਾਦ ਕਰ ਦੇ ਪ੍ਰਭੂ, ਇੱਕ ਇੱਕ ਆਜ਼ਾਦ ਕੀਤਾ ਜਾਏ। ਉਹਨਾਂ ਦੇ ਬੰਧਨ ਟੁੱਟ ਜਾਣ ਮੇਰੇ ਪਿਤਾ। ਜੇ ਕੋਈ ਕਰਜ਼ੇ ਦਾ ਬੰਧਨ ਹੈ ਤਾਂ ਕਰਜ਼ੇ ਦੇ ਬੰਧਨ ਨੂੰ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੋੜ ਦਿੰਦੇ ਆ। ਯਿਸੂ ਮਸੀਹ ਦੇ ਨਾਂ ਦੇ ਵਿੱਚ ਉਹ ਕਰਜ਼ਾ ਤੋਂ ਆਜ਼ਾਦ ਹੋ ਜਾਣ, ਉਹ ਚੰਗੇ ਹੋ ਜਾਣ ਮੇਰੇ ਪਿਤਾ। ਤੇਰਾ ਧੰਨਵਾਦ ਬਹੁਤਾ ਦੇ ਮੇਰੇ ਪਿਤਾ ਪਰਮੇਸ਼ਰ। ਉਹਨਾਂ ਦੀ ਚਿੰਤਾ ਤੂੰ ਕਰਦਾ ਪ੍ਰਭੂ। ਤੁਸੀਂ ਕਿਹਾ ਨਾ ਡਰੋ, ਕਿਸੇ ਗੱਲ ਦੀ ਚਿੰਤਾ ਨਾ ਕਰਨ, ਕੀ ਖਾਈਏ ਕੀ ਪੀਏ ਪ੍ਰਭੂ ਤੁਸੀਂ ਉਹਨਾਂ ਦੀ ਚਿੰਤਾ ਕਰਦੇ ਜੇ ਤਾਂ ਤੁਸੀਂ ਉਹਨਾਂ ਨੂੰ ਸੰਭਾਲੋ। ਉਹਨਾਂ ਨੂੰ ਉਹਨਾਂ ਚੀਜ਼ਾਂ ਤੋਂ ਆਜ਼ਾਦ ਕਰ ਦਿਓ ਮੇਰੇ ਪਿਤਾ ਪਰਮੇਸ਼ਰ। ਸਾਰੇ ਭਾਰ ਬੋਝ ਫਿਕਰ ਚਿੰਤਾ ਤੁਸੀਂ ਲੈ ਲਓ ਮੇਰੇ ਪਿਤਾ। ਉਹਨਾਂ ਨੂੰ ਕਰਜ਼ਿਆਂ ਤੋਂ ਆਜ਼ਾਦ ਕਰ ਦਿਓ ਪਿਤਾ। ਇੰਨਾ ਦੇ ਕੇ ਰੱਖਣ ਨੂੰ ਥਾਂ ਨਾ ਹੋਵੇ, ਮੁੱਠਾ ਭਰ ਵੰਡਣ ਔਰ ਵੱਧਦਾ ਚਲਾ ਜਾਏ ਮੇਰੇ ਪਿਤਾ ਪਰਮੇਸ਼ਰ। ਜੇ ਕਿਸੇ ਦੇ ਖੇਤਾਂ ਦੇ ਵਿੱਚ ਪ੍ਰਭੂ ਤੁਹਾਡੀ ਬਰਕਤ ਮੰਗਦੀਆਂ ਮੇਰੇ ਪਿਤਾ ਪਰਮੇਸ਼ਰ। ਖੱਤਿਆਂ ਦੇ ਵਿੱਚ ਪ੍ਰਭੂ ਜੀ ਤੁਹਾਡੀ ਬਹੁਤੀ ਬਰਕਤ ਆਏ ਮੇਰੇ ਪਿਆਰੇ ਖੁਦਾ। ਇੱਕ ਖੱਤਾ ਭਰ ਜਾਏ ਯਿਸੂ ਮਸੀਹ ਦੇ ਨਾਂ ਦੇ ਵਿੱਚ। ਹਾਲੇਲੂਇਆ। ਜੋ ਵੀ ਉਹਨਾਂ ਦੀਆਂ ਫਸਲਾਂ ਨੇ ਉਹਨਾਂ ਫਸਲਾਂ ਨੂੰ ਬਲੈਸ ਕਰਦੇ ਆ ਯਿਸੂ ਮਸੀਹ ਦੇ ਨਾਂ ਦੇ ਵਿੱਚ ਹੋ ਜਾਣਾ। ਤੜੀ ਸਲਾਬਦਾ ਵੜੀ ਡੀਆ ਪਿਤਾ ਪਰਮੇਸ਼ਰ ਉਹਨਾਂ ਦੇ ਵਿੱਚ ਬਰਕਤ ਦੇ, ਆਸ਼ੀਸ਼ ਦੇ, ਤੁਹਾਡੀ ਬਰਕਤ ਉਹਨਾਂ ਦੇ ਖੱਤਿਆਂ ਦੇ ਉੱਤੇ ਬੋਲ ਦਿੰਦੀ ਆ ਮੇਰੇ ਪਿਤਾ ਪਰਮੇਸ਼ਰ। ਮੈਂ ਤੇਰਾ ਧੰਨਵਾਦ ਕਰਦੀ ਹਾਂ, ਤੁਹਾਡੀ ਮਹਿਮਾ ਕਰਦੀ ਹਾਂ, ਤੁਹਾਡੀ ਵਡਿਆਈ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ। ਜੇ ਕਿਸੇ ਦੀ ਕਿਡਨੀਆਂ ਦੇ ਫੇਫੜਿਆਂ ਦੇ ਵਿੱਚ ਕੋਈ ਪ੍ਰੋਬਲਮ ਹੈ ਉਹ ਵੀ ਯਿਸੂ ਮਸੀਹ ਦੇ ਨਾਂ ਦੇ ਵਿੱਚ ਜਾਂਦੀ ਲੱਗੇ। ਰਸੌਲੀਆਂ ਨਿਕਲ ਜਾਣ ਯਿਸੂ ਮਸੀਹ ਦੇ ਨਾਂ ਦੇ ਵਿੱਚ। ਜੇ ਕਿਸੇ ਦੀ ਬੱਚੇਦਾਨੀ ਦੇ ਵਿੱਚ ਰਸੌਲੀ ਹੈ ਤਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਨਿਕਲ ਜਾਏ। ਤੜੀ ਸ਼ਲਾਬਦਾ ਵੜੀ ਡੀ ਪਪਾ ਤੜੀ ਸਲਾਬਦਾ ਵੜੀ ਡੀ। ਪੱਥਰੀਆਂ ਨਿਕਲ ਜਾਣ ਯਿਸੂ ਮਸੀਹ ਦੇ ਨਾਂ ਦੇ ਵਿੱਚ। ਪੱਥਰੀਆਂ ਨਿਕਲ ਜਾਣ ਗੁਰਦਿਆਂ ਦੇ ਵਿੱਚੋਂ ਯਿਸੂ ਮਸੀਹ ਦੇ ਨਾਂ ਦੇ ਵਿੱਚ। ਪਿਤਾ ਪਿੱਤਿਆਂ ਨੂੰ ਛੂਲਾ ਮੇਰੇ ਪਿਆਰੇ ਖੁਦਾ। ਇੱਕ ਇੱਕ ਨੂੰ ਛੂਲਾ ਮੇਰੇ ਪਿਤਾ ਪਰਮੇਸ਼ਰ। ਜੋ ਵੀ ਇਸ ਪ੍ਰਾਰਥਨਾ ਨੂੰ ਸੁਣੇ ਉਹ ਚੰਗਿਆਈ ਪਾਵੇ ਮੇਰੇ ਯਿਸੂ ਮਸੀਹਾ। ਜੋ ਵੀ ਤੈਨੂੰ ਪੁਕਾਰੇ ਪ੍ਰਭੂ ਤੂੰ ਉਹਨੂੰ ਉੱਤਰ ਦੇ ਮੇਰੇ ਪਿਤਾ ਪਰਮੇਸ਼ਰ। ਜੇ ਕਿਸੇ ਦਾ ਕੋਈ ਗੁਪਤ ਰੋਗ ਹੈ ਤਾਂ ਜੋ ਦੱਸ ਨਹੀਂ ਪਾਉਂਦੇ ਯਿਸੂ ਮਸੀਹ ਦੇ ਨਾਂ ਦੇ ਵਿੱਚ ਉਸ ਗੁਪਤ ਰੋਗ ਨੂੰ ਮੈਂ ਝਿੜਕ ਦਿੰਦੀ ਹਾਂ ਯਿਸੂ ਮਸੀਹ ਦੇ ਨਾਂ ਦੇ ਵਿੱਚ। ਚਲਾ ਜਾਏ ਸਕਿਨ ਦੀ ਐਲਰਜੀ ਚਲੀ ਜਾਏ, ਵਾਲ ਝੜਨ ਵਾਲੀ ਬਿਮਾਰੀ ਚਲੀ ਜਾਏ। ਜੇ ਅੱਖਾਂ ਦੀ ਰੋਸ਼ਨੀ ਘੱਟ ਹੈ ਤਾਂ ਅੱਖਾਂ ਦੀ ਰੋਸ਼ਨੀ ਵੱਧ ਜਾਏ ਯਿਸੂ ਮਸੀਹ ਦੇ ਨਾਂ ਦੇ ਵਿੱਚ। ਜੇ ਕਿਸੇ ਤੇ ਕੋਈ ਡਰ ਹੈ, ਵਾਇਰਸ ਦਾ ਡਰ ਹੈ, ਉਹ ਵੀ ਯਿਸੂ ਮਸੀਹ ਦੇ ਨਾਂ ਦੇ ਵਿੱਚ ਜਾਂਦਾ ਲੱਗੇ ਪ੍ਰਭੂ। ਤੂੰ ਉਹਨਾਂ ਤੋਂ ਆਪਣਾ ਡਰ ਦੇ ਮੇਰੇ ਯਿਸੂ ਮਸੀਹਾ। ਤੁਹਾਡਾ ਡਰ ਉਹਨਾਂ ਤੇ ਆ ਜਾਏ ਔਰ ਦੂਜੇ ਡਰ ਚੱਕੇ ਜਾਣ ਯਿਸੂ ਮਸੀਹ ਦੇ ਨਾਂ ਦੇ ਵਿੱਚ। ਇੱਕ ਇੱਕ ਬੱਚੇ ਨੂੰ ਵਿਸ਼ੂਲਾ ਪ੍ਰਭੂ। ਅਸੀਂ ਇੱਕ ਇੱਕ ਬੱਚੇ ਤੇ ਤੁਹਾਡੀ ਬੁੱਧ ਗਿਆਨ ਸਮਝ ਮੰਗਦੇ ਆ ਮੇਰੇ ਪਿਤਾ ਪਰਮੇਸ਼ਰ। ਇੱਕ ਇੱਕ ਨੂੰ ਭਰਦੇ ਆਪਣੀ ਬੁੱਧ ਔਰ ਗਿਆਨ ਔਰ ਸਮਝ ਦੇ ਨਾਲ ਪ੍ਰਭੂ। ਜਿੰਨੇ ਪੜ੍ਹਦੇ ਆ ਬੱਚੇ ਉਹਨਾਂ ਦੇ ਨਾਲ ਹੋ ਮੇਰੇ ਪਿਤਾ ਪਰਮੇਸ਼ਰ। ਉਹਨਾਂ ਨੂੰ ਪਿਤਾ ਇੰਨਾ ਦੇ ਮੇਰੇ ਇੰਨੀ ਬੁੱਧ
ਗੋਦ ਦੇ ਮੇਰੇ ਪਿਤਾ ਪਰਮੇਸ਼ਰ, ਜੋ ਨਾਲੇ ਔਖਾ ਉਹ ਵੀ ਸੌਖਾ ਹੋ ਜਾਏ ਮੇਰੇ ਪਿਤਾ। ਇੱਕ ਇੱਕ ਬੱਚੇ ਦੀ ਮਦਦ ਔਰ ਸਹਾਇਤਾ ਕਰ ਪੜ੍ਹਾਈ ਦੇ ਵਿੱਚ ਪ੍ਰਭੂ ਜੀ। ਜੋ ਜੌਬ ਕਰਦੇ ਆ, ਜੇ ਕਿਸੇ ਨੂੰ ਜੌਬ ਦੀ ਲੋੜ ਹੈ ਪ੍ਰਭੂ, ਉਹਨਾਂ ਲਈ ਜੌਬ ਦਾ ਇੰਤਜ਼ਾਮ ਕਰ ਮੇਰੇ ਪਿਤਾ ਪਰਮੇਸ਼ਰ। ਉਹਨਾਂ ਲਈ ਪ੍ਰਭੂ ਜੇ ਕੋਈ ਬਿਜ਼ਨਸ ਕਰਨਾ ਚਾਹੁੰਦਾ ਤਾਂ ਪ੍ਰਭੂ ਉਹਨਾਂ ਲਈ ਬਿਜ਼ਨਸ ਦੇ ਵਿੱਚ ਮਦਦ ਔਰ ਸਹਾਇਤਾ ਕਰ, ਮਦਦਗਾਰ ਭੇਜ ਮੇਰੇ ਪਿਤਾ ਪਰਮੇਸ਼ਰ। ਆਪਣੇ ਫਰਿਸ਼ਤਿਆਂ ਨੂੰ ਭੇਜ ਪ੍ਰਭੂ ਮਦਦ ਦੇ ਲਈ ਮੇਰੇ ਪਿਤਾ ਪਰਮੇਸ਼ਰ। ਇੱਕ ਇੱਕ ਤੇ ਅਸੀਂ ਤੁਹਾਡੀ ਮਦਦ ਮੰਗ ਲੈਂਦੇ ਹਾਂ ਮੇਰੇ ਪਿਆਰੇ ਖੁਦਾ। ਤੁਹਾਡਾ ਧੰਨਵਾਦ, ਤੁਹਾਡੀ ਤਾਰੀਫ ਹੋ, ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਹੋ ਮੇਰੇ ਪਿਤਾ ਪਰਮੇਸ਼ਰ। ਜੇ ਕਿਸੇ ਦੇ ਰਿਸ਼ਤੇ ਨਹੀਂ ਹੋ ਰਹੇ ਤਾਂ ਪ੍ਰਭੂ ਉਹਨਾਂ ਦੇ ਲਈ ਰਿਸ਼ਤੇ ਆ ਜਾਣ ਪ੍ਰਭੂ। ਉਹੀ ਹੋਵੇ ਜੋ ਤੁਹਾਡੀ ਮਰਜ਼ੀ ਹੋਵੇ ਪ੍ਰਭੂ, ਉਹੀ ਜੀਵਨ ਸਾਥੀ ਹੋਣ ਜੋ ਤੁਹਾਡੇ ਵੱਲੋਂ ਹੋਣ ਮੇਰੇ ਪਿਤਾ। ਜੋੜੇ ਜੁੜ ਜਾਣ, ਜਿਹੜੇ ਸ਼ਾਦੀशुदा ਜੋੜੇ ਨੇ ਜਿਨ੍ਹਾਂ ਦੇ ਵਿੱਚ ਕੋਈ ਰਿਸ਼ਤਿਆਂ ਦੇ ਵਿੱਚ ਫਿੱਕ ਪੈ ਗਈ, ਉਹਨਾਂ ਲਈ ਪ੍ਰਾਰਥਨਾ ਕਰਦੀ ਹਾਂ ਮੇਰੇ ਪਿਤਾ। ਸ਼ਾਦੀਆਂ ਦੇ ਉੱਤੇ ਤੁਹਾਡੀ ਦਇਆ ਮੰਗਦੀ ਹਾਂ ਮੇਰੇ ਪਿਤਾ ਪਰਮੇਸ਼ਰ। ਜੋ ਤੁਸੀਂ ਜੋੜੇ ਉਹਨਾਂ ਨੂੰ ਕੋਈ ਤੋੜੇ ਨਾ ਮੇਰੇ ਪਿਤਾ ਪਰਮੇਸ਼ਰ। ਉਹ ਜੋੜੇ ਜੇ ਕੋਈ ਟੁੱਟ ਵੀ ਗਿਆ ਤਾਂ ਯਿਸੂ ਮਸੀਹ ਤੇਰੇ ਨਾਂ ਦੇ ਵਿੱਚ ਜੁੜ ਜਾਏ। ਜਿੰਨੇ ਰਿਸ਼ਤੇ ਟੁੱਟੇ ਨੇ ਉਹ ਜੁੜ ਜਾਣ ਮੇਰੇ ਪਿਤਾ। ਜੇ ਕਿਸੇ ਦਾ ਕੋਈ ਕੇਸ ਡਿਵੋਰਸ ਤੇ ਹੈ ਤਾਂ ਪ੍ਰਭੂ ਉਹਨਾਂ ਡਿਵੋਰਸ ਵਾਲੀਆਂ ਆਤਮਾਵਾਂ ਨੂੰ ਮੈਂ ਕੈਂਸਲ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ। ਉਹਨਾਂ ਨੂੰ ਆਜ਼ਾਦ ਕਰ ਉਹਨਾਂ ਚੀਜ਼ਾਂ ਤੋਂ ਮੇਰੇ ਪਿਤਾ। ਉਹ ਰਿਸ਼ਤੇ ਫਿਰ ਜੁੜ ਜਾਣ। ਜੇ ਕਿਸੇ ਕੋਲ ਬੱਚਾ ਨਹੀਂ ਹੈ ਮੇਰੇ ਪਿਤਾ, ਤੇ ਜੇ ਉਹਨਾਂ ਦੀ ਕੁੱਖ ਬੰਨੀ ਹੋਈ ਹੈ, ਉਸ ਦੁਸ਼ਮਣ ਦੀ ਗੰਦੀ ਆਤਮਾ ਨੂੰ ਮੈਂ ਝਿੜਕਦੀ ਹਾਂ ਔਰ ਉਹਨਾਂ ਦੀ ਕੁੱਖ ਨੂੰ ਯਿਸੂ ਮਸੀਹ ਦੇ ਨਾਂ ਦੇ ਵਿੱਚ ਖੋਲਦੀ ਹਾਂ ਪ੍ਰਭੂ। ਉਹਨਾਂ ਨੂੰ ਬੱਚੇ ਦੀ ਦਾਤ ਦੇ ਮੇਰੇ ਪਿਤਾ ਪਰਮੇਸ਼ਰ। ਉਹ ਪਿਆਰੇ ਖੁਦਾ, ਤੂੰ ਬਾਂਝ ਦਾ ਘਰ ਵਸਾਉਣ ਵਾਲਾ ਮੇਰੇ ਪਿਤਾ ਪਰਮੇਸ਼ਰ। ਜਿਨ੍ਹਾਂ ਨੂੰ ਬੱਚੇ ਚਾਹੀਦੇ ਉਹਨਾਂ ਦੇ ਬੱਚਿਆਂ ਨਾਲ ਬਲੈਸ ਕਰਦੇ ਮੇਰੇ ਪਿਆਰੇ ਖੁਦਾ। ਤੇਰਾ ਧੰਨਵਾਦ ਕਰਦੀ ਹਾਂ, ਤੁਹਾਡੀ ਮਹਿਮਾ ਕਰਦੀ ਹਾਂ ਮੇਰੇ ਮਹਾਨ ਪਿਤਾ ਪਰਮੇਸ਼ਰ। ਮੇਰੇ ਦਇਆ ਦੇ ਸਾਗਰ ਜੋ ਤੁਹਾਨੂੰ ਭਾਲਣਾ ਚਾਹੁੰਦੇ ਨੇ ਪ੍ਰਭੂ, ਜੋ ਤੁਹਾਡੀ ਭਾਲ ਕਰ ਰਹੇ ਆ, ਉਹਨਾਂ ਨੂੰ ਪ੍ਰਭੂ ਤੁਸੀਂ ਲੱਭ ਪਾਓ ਮੇਰੇ ਪਿਤਾ ਪਰਮੇਸ਼ਰ। ਕਿਉਂਕਿ ਤੁਸੀਂ ਸਾਡੇ ਅਜਾਲੀ ਜੇ ਮੇਰੇ ਪਿਆਰੇ ਖੁਦਾ। ਤੁਸੀਂ ਗੁਆਚੀ ਹੋਈਆਂ ਭੇਡਾਂ ਨੂੰ ਭਾਲਦੇ ਮੇਰੇ ਪਿਤਾ। ਤਾਂ ਪ੍ਰਭੂ ਜਿਹੜੇ ਅਜੇ ਤੱਕ ਗੁਆਚੇ ਹੋਏ ਨੇ ਉਹਨਾਂ ਨੂੰ ਭਾਲ ਮੇਰੇ ਪਿਤਾ ਪਰਮੇਸ਼ਰ, ਕਿ ਉਹ ਵੀ ਬਚਾਏ ਜਾਣ। ਜੋ ਤੈਨੂੰ ਨਹੀਂ ਜਾਣਦੇ ਉਹ ਤੁਹਾਨੂੰ ਜਾਣ ਸਕਣ ਮੇਰੇ ਪਿਤਾ ਪਰਮੇਸ਼ਰ। ਔਰ ਜਿਨ੍ਹਾਂ ਨੂੰ ਪਵਿੱਤਰ ਆਤਮਾ ਦੀ ਲੋੜ ਹੈ ਪ੍ਰਭੂ, ਉਹ ਪਵਿੱਤਰ ਆਤਮਾ ਨੂੰ ਪੁਕਾਰ ਰਿਹਾ ਤਾਂ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਬਰਸਾਤ ਉਤਰੇ ਮੇਰੇ ਪਿਤਾ। ਉਹ ਪਵਿੱਤਰ ਆਤਮਾ ਨਾਲ ਭਰ ਜਾਣ ਪਵਿੱਤਰ ਆਤਮਾ ਦੇ ਨਾਲ ਮੇਰੇ ਪਿਤਾ ਪਰਮੇਸ਼ਰ। ਜੇ ਕੋਈ ਪਾਪ ਗੁਨਾਹ ਹੈ ਤਾਂ ਤੋਬਾ ਕਰ ਸਕਣ ਮੇਰੇ ਯਿਸੂ ਮਸੀਹਾ। ਕਿਉਂਕਿ ਤੁਸੀਂ ਪਾਪੀਆਂ ਨੂੰ ਮਾਫ ਕਰਨ ਦੇ ਲਈ ਆਏ ਮੇਰੇ ਪਿਤਾ ਪਰਮੇਸ਼ਰ। ਪਾਪਾਂ ਨੂੰ ਮਾਫ ਕਰ ਦਿਓ ਮੇਰੇ ਯਿਸੂ ਮਸੀਹਾ। ਹਰ ਇੱਕ ਪਾਪ ਨੂੰ, ਬੁਰਾਈ ਨੂੰ ਮਾਫ ਕਰ ਦਿਓ ਮੇਰੇ ਪਿਤਾ ਪਰਮੇਸ਼ਰ। ਰਸਤਿਆਂ ਨੂੰ ਸੁਧਾਰ ਦਿਓ, ਸਿੱਧੇ ਕਰ ਦਿਓ ਮੇਰੇ ਪਿਤਾ। ਇੱਕ ਇੱਕ ਦਾ ਰਸਤਾ ਸਿੱਧਾ ਹੋ ਜਾਏ ਮੇਰੇ ਪਿਤਾ ਪਰਮੇਸ਼ਰ। ਸਾਰੀਆਂ ਚਿਆਈਆਂ ਨੂੰ ਪੱਧਰਿਆ ਕਰ ਦੇ ਮੇਰੇ ਪਿਤਾ। ਤੇਰਾ ਧੰਨਵਾਦ, ਤੁਹਾਡੀ ਤਾਰੀਫ ਹੋ, ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਹੋ, ਤੁਹਾਡੀ ਜੈ ਜੈਕਾਰ ਹੋ ਮੇਰੇ ਮਹਾਨ ਪਿਤਾ ਪਰਮੇਸ਼ਰ। ਮੇਰੇ ਦਇਆ ਦੇ ਸਾਗਰ ਤੇਰਾ ਧੰਨਵਾਦ, 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 ਤਾਰੀਫ ਹੋ ਪ੍ਰਭੂ ਜੀ। ਜਿੰਨੇ ਵੀ ਪ੍ਰਭੂ ਇਸ ਪ੍ਰਾਰਥਨਾ ਨੂੰ ਸੁਣਨ ਪ੍ਰਭੂ, ਉਹਨਾਂ ਦੇ ਘਰ ਦੇ ਵਿੱਚ ਇੱਕ ਨਵਾਂ ਬਦਲਾਵ ਆ ਜਾਏ, ਤੇਰੀ ਸ਼ਾਂਤੀ ਆ ਜਾਏ ਪ੍ਰਭੂ, ਖੁਸ਼ੀ ਆ ਜਾਏ ਮੇਰੇ ਪਿਤਾ। ਮੈਂ ਇੱਕ ਇੱਕ ਦੇ ਲਈ ਖੁਸ਼ੀ ਮੰਗਦੀ ਹਾਂ ਔਰ ਸ਼ਾਂਤੀ ਮੰਗਦੀ ਹਾਂ, ਤੁਹਾਡੀ ਬਰਕਤ ਮੰਗਦੀ ਹਾਂ ਮੇਰੇ ਪਿਤਾ ਪਰਮੇਸ਼ਰ। ਪਾਕ ਰੂਹ ਦੀ ਹਜ਼ੂਰੀ ਮੰਗਦੀ ਹਾਂ। ਇੱਕ ਇੱਕ ਘਰ ਦੇ ਵਿੱਚ ਪਵਿੱਤਰ ਆਤਮਾ ਉਤਰੇ ਮੇਰੇ ਪਿਤਾ ਪਰਮੇਸ਼ਰ। ਜਿਸ ਤਰ੍ਹਾਂ ਤੇਰਾ ਵਚਨ ਕਹਿੰਦਾ ਹੈ, ਜਦੋਂ ਪਵਿੱਤਰ ਆਤਮਾ ਆਵੇਗਾ ਤੁਸੀਂ ਸ਼ਕਤੀ ਪਾਓਗੇ। ਪਵਿੱਤਰ ਆਤਮਾ ਉਤਰੇ ਤਾਂ ਉਹ ਤੇਰੀ ਸ਼ਕਤੀ ਨਾਲ ਭਰ ਜਾਣ ਮੇਰੇ ਪਿਤਾ ਪਰਮੇਸ਼ਰ। ਤੇਰਾ ਧੰਨਵਾਦ ਕਰਦੇ ਹਾਂ, ਤੁਹਾਡੀ ਮਹਿਮਾ, ਤੁਹਾਡੀ ਵਡਿਆਈ, ਤੁਹਾਡੀ ਜੈ ਜੈਕਾਰ ਕਰਦੇ ਹਾਂ। ਹਰ ਰੋਗ ਤੋਂ ਸ਼ਿਫਾ ਪਾਣ ਮੇਰੇ ਯਿਸੂ ਮਸੀਹਾ। ਹਰ ਬਿਮਾਰੀ ਤੋਂ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ। ਤੇਰਾ ਧੰਨਵਾਦ, ਤਾਰੀਫ ਹੋ। ਜੋ ਹਸਪੀਟਲਾਂ ਦੇ ਵਿੱਚ ਨੇ ਉਹਨਾਂ ਨੂੰ ਵੀ ਛੂ ਤਾਂ ਉਹ ਚੰਗੇ ਹੋ ਕੇ ਆਪਣੇ ਘਰਾਂ ਦੇ ਵਿੱਚ ਵਾਪਸ ਆ ਸਕਣ ਮੇਰੇ ਪਿਤਾ। ਤੇਰਾ ਧੰਨਵਾਦ ਕਰਦੀਆਂ, ਤੇਰੀ ਮਹਿਮਾ ਕਰਦੀਆਂ। ਆਪਣੇ ਦੇਸ਼ ਨੂੰ ਤੇਰੇ ਹੱਥਾਂ 'ਚ ਦੇਣੀ, ਆਪਣੇ ਦੇਸ਼ 'ਤੇ ਤੁਹਾਡੀ ਆਸ਼ੀਰ ਬਰਕਤ ਮੰਗਦੀਆਂ ਮੇਰੇ ਪਿਤਾ ਪਰਮੇਸ਼ਰ। ਜੋ ਕੈਲੀਫੋਰਨੀਆ ਦੇ ਵਿੱਚ ਇੱਧਰ ਉੱਧਰ ਅੱਗ ਲੱਗੀ ਹੋਈ ਹੈ, ਯਿਸੂ ਮਸੀਹ ਤੇਰੇ ਨਾਂ ਦੇ ਵਿੱਚ ਬੁੱਝ ਜਾਏ। ਕਿਸੇ ਦਾ ਨੁਕਸਾਨ ਨਾ ਹੋਵੇ, ਕਿਸੇ ਵੀ ਜਾਨ ਦਾ ਨੁਕਸਾਨ ਨਾ ਹੋਵੇ ਮੇਰੇ ਪਿਤਾ। ਨਾ ਹੀ ਸ਼ਹਿਰਾਂ ਦੇ ਵਿੱਚ ਹੀ ਅੱਗ ਜਾ ਸਕੇ ਮੇਰੇ ਪਿਤਾ ਪਰਮੇਸ਼ਰ। ਤੂੰ ਬਚਾ ਕੇ ਰੱਖ ਇੱਕ ਇੱਕ ਨੂੰ ਮੇਰੇ ਪਿਤਾ। ਤੇਰਾ ਧੰਨਵਾਦ, ਤੁਹਾਡੀ ਤਾਰੀਫ ਹੋ, ਤੁਹਾਡੀ ਮਹਿਮਾ, ਤੁਹਾਡੀ ਵਡਿਆਈ ਹੋ ਮੇਰੇ ਪਿਤਾ ਪਰਮੇਸ਼ਰ। ਇਹ ਮੇਰੀ ਪ੍ਰਾਰਥਨਾ ਨੂੰ ਸੁਣ ਔਰ ਗ੍ਰਹਿਣ ਕਰ। ਯਿਸੂ ਮਸੀਹ ਦੇ ਜਿੰਦਾ ਨਾਂ 'ਚ ਮੰਗਦੀ ਔਰ ਪਾ ਲੈਂਦੀ ਹਾਂ, ਆਮੀਨ। ਜੋ ਮੰਗਿਆ ਉਹ ਵੀ ਦੇ ਦਿੱਤਾ, ਜੋ ਨਹੀਂ ਮੰਗਿਆ ਉਹ ਵੀ ਪਾ ਲਿਆ ਯਿਸੂ ਮਸੀਹ ਦੇ ਨਾਂ ਦੇ ਵਿੱਚ, ਆਮੀਨ। ਪ੍ਰਭੂ ਤੁਹਾਨੂੰ ਆਸ਼ੀਰ ਬਰਕਤ ਦੇਵੇ ਤੇ ਪ੍ਰਭੂ ਦੇ ਨਾਲ ਜੁੜੇ ਰਹੋ, ਉਹਨੂੰ ਪੁਕਾਰੋ, ਉਹਦੇ ਵਚਨ ਨੂੰ ਪੜ੍ਹੋ ਔਰ ਉਹਦੇ ਅੱਗੇ ਲੱਗੇ ਰਹੋ, ਪ੍ਰਾਰਥਨਾ ਕਰੋ, ਉਹਦੀ ਮਹਿਮਾ ਕਰੋ, ਉਹਦੀ ਵਡਿਆਈ ਕਰੋ ਤੇ ਪ੍ਰਭੂ ਤੁਹਾਡੇ ਨਾਲ ਹੈ। ਉਹ ਕਹਿੰਦਾ ਮੈਂ ਤੁਹਾਡੇ ਅੰਗ ਸੰਗ ਹਾਂ। ਉਹ ਹਮੇਸ਼ਾ ਤੁਹਾਡੇ ਅੰਗ ਸੰਗ ਹੈ। ਪ੍ਰਭੂ ਦੇ ਨਾਲ ਤੁਸੀਂ ਵੀ ਆਪਣਾ ਰਿਸ਼ਤਾ ਮਜ਼ਬੂਤ ਬਣਾਓ ਤਾਂ ਉਹ ਤੁਹਾਡੇ ਨਾਲ ਰਹੂਗਾ। ਧੰਨਵਾਦ ਕਰਦੀ ਹਾਂ।
ਪ੍ਰਾਰਥਨਾ ਨੂੰ ਜੋ ਅੱਗੇ ਪਹੁੰਚਾਉਣਗੇ ਤਾਂ ਦੂਸਰੇ ਵੀ ਇਸ ਤੋਂ ਸ਼ਿਫਾ ਪਾ ਸਕਣ ਔਰ ਤੁਸੀਂ ਬਰਕਤ ਪਾਓ ਕਿ ਜਿਹੜਾ ਵੀ ਇਸ ਰਿਕਾਰਡਿੰਗ ਨੂੰ ਅੱਗੇ ਭੇਜੇਗਾ ਪ੍ਰਭੂ ਉਹਨੂੰ ਆਸ਼ ਔਰ ਬਰਕਤ ਦੇਵੇਗੀ। ਧੰਨਵਾਦ ਕਰਦੀ ਹਾਂ। ਜੇ ਕਿਸੇ ਨੂੰ ਪ੍ਰਾਰਥਨਾ ਦੀ ਲੋੜ ਹੈ ਤਾਂ ਉਹ ਮੈਨੂੰ ਕਮੈਂਟ ਕਰੇ ਕਿ ਮੈਂ ਉਹਦੇ ਲਈ ਪ੍ਰਾਰਥਨਾ ਕਰ ਸਕਾਂ। ਯਿਸੂ ਮਸੀਹ ਦੇ ਨਾਮ 'ਚ ਆਮੇਨ।